ਬਦਨਾਮੀ ਰਾਹ ਪੁੱਛ ਕੇ ਨਹੀਂ ਆਉਂਦੀ। ਇਨਸਾਨ ਦੀਆਂ ਆਪਣੀਆਂ ਗਲਤੀਆਂ ਹੁੰਦੀਆਂ ਨੇ ਤਾਂ ਹੀ ਘਰ ਤੱਕ ਪਹੁੰਚਦੀ ਹੈ। ਅੰਕਰਾਂ ਦੀ ਦੁਕਾਨ ਸੀ ਬਾਜ਼ਾਰ ਦੇ ਵਿਚਕਾਰ। 7 ਸਾਲ ਹੋ ਗਏ ਸੀ ਲੇਕਿਨ ਸੇਲ ਇਤਨੀ ਕੋਈ ਨਹੀਂ ਸੀ ਹੈ। 1000-1500 ਬੜੀ ਮੁਸ਼ਕਲ ਨਾਲ ਸੇਲ ਹੁੰਦੀ ਸੀ। ਨਾਲ ਵਾਲੀਆਂ ਜਿਹੜੀਆਂ ਥੋਕ ਦੀਆਂ ਦੁਕਾਨਾਂ ਉਹਨਾਂ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਸੀ। ਇੱਕਾ ਦੁੱਕਾ ਬੰਦਾ ਇਹਨਾਂ ਦੀ ਦੁਕਾਨ 'ਚ ਆ ਕੇ ਵੜ ਜਾਂਦਾ ਤਾਂ 1000-1500 ਸੇਲ ਹੁੰਦੀ ਸੀ। ਵਿੱਚੋਂ ਬੜੇ ਪਰੇਸ਼ਾਨ ਹੈ ਕਿ ਬੱਚੀਆਂ ਵੀ ਜਵਾਨ ਹੋਈਆਂ ਨੇ, ਇਹਨਾਂ ਦੀ ਸ਼ਾਦੀ ਵੀ ਕਰਨੀ ਹੈ, ਕਿਸ ਤਰ੍ਹਾਂ ਮੇਰਾ ਗੁਜ਼ਾਰਾ ਹੋਵੇਗਾ। ਉਹ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਇੱਕ ਮੋਟਰਸਾਈਕਲ ਵਾਲਾ ਜਵਾਨ ਆ ਕੇ ਅੰਕਰਾਂ ਦੇ ਸਾਹਮਣੇ ਦੁਕਾਨ ਦੇ ਖਲਾਂਦਾ ਮੋਟਰਸਾਈਕਲ, ਰੇਟ ਸ਼ੇਟ ਪੁੱਛ ਕੇ ਤੇ ਸੌਦਾ ਸਾਰਾ ਲੈ ਲੈਂਦਾ। 5000 ਦਾ ਸੌਦਾ ਲੈਂਦਾ। ਅੰਕਲ ਵੀ ਫਟਾਫਟ ਉੱਠ ਕੇ ਛਾਪਰ ਫੜਦੇ ਨੇ, ਉਹਦੇ ਮੋਟਰਸਾਈਕਲ ਨਾਲ ਜਾ ਕੇ ਆਪੂ ਲਾਉਂਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਉਹ ਬੰਦਾ ਟੁਰ ਜਾਂਦਾ ਤੇ ਆਪੂ ਸਾਹਮਣੇ ਦੁਕਾਨ ਹੈ ਗੋਸ਼ਤ ਦੀ, ਉੱਥੋਂ ਕਿਲੋ ਗੋਸ਼ਤ ਲੈ ਕੇ ਤੇ ਦੁਕਾਨ ਬੰਦ ਕਰਕੇ ਘਰ ਟੁਰ ਗਏ। ਚਲੋ ਅੱਜ ਬੱਚਿਆਂ ਨੂੰ ਜਾ ਕੇ ਮੈਂ ਗੋਸ਼ਤ ਖਵਾਲਣਾ। ਉਹ ਵੀ ਬੜੇ ਖੁਸ਼ ਹੋਏ ਘਰ ਦੇ ਕਿ ਅੱਜ ਸਾਡੇ ਘਰ ਗੋਸ਼ਤ ਆਇਆ। ਖਾਧੀ ਪੀਤੀ ਨੇ ਜਨਾਬ। ਦੂਸਰੇ ਦਿਨ ਉਹ ਬੰਦਾ ਫੇਰ ਆ ਗਿਆ, ਫੇਰ ਆ ਕੇ ਚਾਵਲਾਂ ਦੀ ਬੋਰੀ ਲੈ ਗਿਆ, 10,000 ਦੀ ਸੇਲ ਕਰਾ ਕੇ ਗਿਆ। ਅੰਕਲ ਹੀ ਬੜੇ ਖੁਸ਼ ਹੋਏ ਕਿ ਇਹ ਤੇ ਗਾਹਕ ਚੰਗਾ ਮੈਨੂੰ ਲੱਭ ਗਿਆ। ਹਾਲਾਂਕਿ ਨਾਲ ਵੀ ਦੁਕਾਨਾਂ ਹੈ ਨੇ। ਉਹ ਜਨਾਬ ਇਸੇ ਤਰ੍ਹਾਂ 4-5 ਦਿਨ ਜਿਹੜਾ ਸੌਦਾ ਲੈ ਕੇ ਜਾਂਦਾ ਰਿਹਾ ਤੇ ਅੰਕਲ ਹੀ ਜਿਹੜਾ ਉਹਦੇ ਨਾਲ ਕਾਫੀ ਕਲੋਜ਼ ਹੋ ਗਏ। ਉਹ ਬੰਦਾ ਉੱਥੇ ਅੰਕਰਾਂ ਕੋਲ ਬਹਿ ਗਿਆ ਤੇ ਅੰਕਲ ਹੀ ਬੜੀਆਂ ਉਹਦੇ ਨਾਲ ਗੱਪਾਂ ਲਾਣ ਲੱਗ ਪਏ। ਉਹਨਾਂ ਨੂੰ ਵੀ ਲਾਲਚ ਹੀ ਚਲੋ ਕੋਈ ਤੇ ਮੇਰੀ ਸੇਲ ਪਿਆ ਕਰਾਂਦਾ ਹੈ। ਅੰਕਲ ਹੀ ਕਹਿੰਦੇ ਨੇ ਬਹਿ ਜੋ ਇੱਥੇ ਹੀ ਤੇ ਮੈਂ ਤੁਹਾਡੇ ਵਾਸਤੇ ਰੋਟੀ ਮੰਗਾਨਾ। ਉਹ ਘਰ ਵੀ ਦੱਸਿਆ ਸੀ ਨੇ ਕਿ ਗਾਹਕ ਬੜਾ ਚੰਗਾ ਮੈਨੂੰ ਲੱਭਾ, ਬੜਾ ਸੌਦਾ ਖੜਦਾ ਪਿਆ। ਉਹ ਜਿਹੜਾ ਦੇਗਾ ਸ਼ੇਗਾ ਅੱਗੇ ਪਿੱਛੇ ਬਣਾਉਂਦਾ ਹੈ। ਉਹ ਘਰ ਜਨਾਬ ਇਸ ਤਰ੍ਹਾਂ ਕੀਤਾ ਕਿ ਉਹਨਾਂ ਘਰ ਦਿਆਂ ਆਪੂ ਹੀ ਜਿਹੜਾ ਰੋਟੀ ਜਿਹੜੀ ਆ ਉੱਥੇ ਦੁਕਾਨ ਤੇ ਲੈਣ ਦੀ। ਜਿਸ ਵੇਲੇ ਦੁਕਾਨ ਤੇ ਲੈ ਕੇ ਆਏ ਉਹ ਕੁੜੀ ਲੈ ਕੇ ਆਈ ਤੇ ਉਹ ਜਵਾਨ ਜਿਹੜਾ ਉਹ ਕੁੜੀ ਵਾਲੂ ਤੱਕੀ ਜੇ ਤੇ ਕੁੜੀ ਜਿਹੜੀ ਆ ਚੁੱਪ ਕਰਕੇ ਉੱਥੇ ਰੋਟੀ ਦੇ ਕੇ ਤੇ ਨਾਲ ਹੀ ਉਹ ਨਿਕਲ ਗਈ। ਰੋਟੀ ਜਿਹੜੀ ਉੱਥੇ ਖਾਧੀ ਜਨਾਬ। ਅੱਗੂ ਇੰਜ ਹੋਇਆ ਕਿ ਅੰਕਲ ਹੀ ਕਹਿੰਦੇ ਨਹੀਂ ਕਿ ਲਾਇਓ ਨਾ ਸਾਡੇ ਘਰ ਚੱਕਰ। ਉਹਨੇ ਆਖਿਆ ਜੀ ਅੰਕਲ ਜੀ ਮੈਂ ਜ਼ਰੂਰ ਲਾਂਗਾ, ਉਹੀ ਤੇ ਮੇਰੇ ਕੋਲ ਟਾਈਮ ਕੋਈ ਨਹੀਂ ਹੁੰਦਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਘਰ ਮੈਂ ਚੱਕਰ ਲਾਵਾਂ। ਉਹ ਜਨਾਬ ਇਸ ਤਰ੍ਹਾਂ ਹੋਇਆ ਮਹੀਨਾ ਸਾਰਾ ਜਿਹੜਾ ਸੌਦਾ ਸ਼ੌਦਾ ਇਸੇ ਤਰ੍ਹਾਂ ਲੈਂਦਾ ਰਿਹਾ। ਉਹ ਇੱਕ ਦਿਨ ਇਸ ਤਰ੍ਹਾਂ ਅੰਕਲ ਆਖਿਆ ਚਲਾਓ ਸਾਡੇ ਘਰ ਚਲੀਏ, ਸ਼ਾਮੀ ਉੱਥੇ ਬਹਿ ਕੇ ਰੋਟੀ ਖਾਣੇ ਆ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹ ਅੰਕਰਾਂ ਨਾਲ ਉੱਥੇ ਘਰ ਟੁਰ ਗਿਆ, ਬਹਿ ਕੇ ਉੱਥੇ ਰੋਟੀ ਛੋਟੀ ਖਾਧੀ। ਰੋਟੀ ਛੋਟੀ ਖਾ ਕੇ ਤੇ ਕਾਫੀ ਦੇਰ ਬੈਠਾ ਰਿਹਾ। ਉਹ ਜਨਾਬ ਸਾਰਿਆਂ ਨਾਲ ਬੜਾ ਫਰੀ ਹੋ ਗਿਆ, ਗੱਲਾਂ ਬਾਤਾਂ ਕਰਨ ਲੱਗ ਪਿਆ। ਉੱਠ ਕੇ ਜਨਾਬ ਰਾਤੀ ਲੇਟ ਜਿਹੜਾ ਉੱਥੋਂ ਗਿਆ। ਅੰਕਲ ਹੀ ਬਹਰਹਾਲ ਖੁਸ਼ ਹੈ ਕਿ ਮੇਰਾ ਜਿਹੜਾ ਗਾਹਕ ਬਹੁਤ ਅੱਛਾ ਮੈਨੂੰ ਲੱਭ ਗਿਆ। ਅੱਗੂ ਸੁਬਾਹ ਜਿਸੇ ਜਨਾਬ ਅੰਕਲ ਹੋਰੀ ਦੁਕਾਨ ਤੇ ਟੁਰ ਗਏ ਤੇ ਉਹ ਸੁਬਾਹ ਇਹਨਾਂ ਦੇ ਘਰ ਆ ਗਿਆ। ਨਾਲ ਹੱਥ 'ਚ ਬ੍ਰੈਡ ਫੜੀ, ਅੰਡੇ ਫੜੇ ਤੇ ਉਹ ਜਨਾਬ ਆ ਕੇ ਸਿੱਧਾ ਅੰਦਰ ਵਾੜ ਆਇਆ। ਉਹਨਾਂ ਸਾਰੇ ਪਰੇਸ਼ਾਨ ਹੋ ਗਏ ਕਿ ਕਿੱਧਰ ਆ ਗਿਆ। ਉਹਨੇ ਆਖਿਆ ਕਿੱਧਰ ਗਏ ਨੇ ਅੰਕਲ ਹੋਰੀ? ਉਹ ਤੇ ਦੁਕਾਨ ਤੇ ਟੁਰ ਗਏ ਨੇ। ਉਹਨੇ ਆਖਿਆ ਮੈਂ ਤੇ ਬ੍ਰੈਡ ਤੇ ਅੰਡੇ ਲੈ ਕੇ ਆ, ਚਲੋ ਨਾਸ਼ਤਾ ਇੱਥੇ ਇਕੱਠੇ ਕਰਨੇ ਆ। ਉਹ ਜਨਾਬ ਘਰਦਿਆਂ ਨੇ ਵੀ ਕੋਈ ਗੱਲ ਨਾ ਕੀਤੀ। ਉਹਨਾਂ ਆਖਿਆ ਅੱਗੇ ਸਾਡਾ ਐਡਾ ਵੱਡਾ ਗਾਹਕ ਲੱਭਾ, ਇਹਨੂੰ ਕਿਉਂ ਅਸਾਂ ਨਾਰਾਜ਼ ਕਰਨਾ ਹੈ। ਉਹ ਜਨਾਬ ਉਹਨਾਂ ਬਿਠਾਇਆ, ਉਹਨਾਂ ਆਖਿਆ ਬਹੁ ਇੱਥੇ ਫਿਰ ਨਾਸ਼ਤਾ ਕਰਨੇ ਆ। ਜਨਾਬ ਕੁੜੀਆਂ ਵੀ ਘਰ ਸੀ। ਉਹ ਅੱਗੋਂ ਆਪੂ ਜਿਹੜਾ ਕਿਚਨ 'ਚ ਟੁਰ ਗਿਆ ਨਾਲ ਹੋ ਕੇ, ਕਹਿੰਦਾ ਮੈਂ ਕੰਮ। ਉਹਨਾਂ ਆਖਿਆ ਨਹੀਂ ਤੁਸੀਂ ਜਾ ਕੇ ਬਵੋ। ਉਹ ਵੀ ਅੱਗੋਂ ਕੋਈ ਗੱਲ ਨਹੀਂ ਸੀ ਕਰਦੇ ਪਏ। ਉਹ ਜਨਾਬ ਇਸ ਤਰ੍ਹਾਂ ਹੋਇਆ ਉਹਨੇ ਨਾਸ਼ਤਾ ਨੁਸ਼ਤਾ ਕੀਤਾ, ਉੱਥੇ ਘੰਟਾ ਡੇਢ ਰਿਹਾ ਤੇ ਵਾਪਸ ਅੰਕਰਾਂ ਕੋਲ ਦੁਕਾਨ ਤੇ ਆ ਗਿਆ। ਪਹਿਲਾਂ ਉਹਨੇ ਸੌਦਾ ਲਿਆ ਚੰਗਾ, ਸੌਦਾ ਲੈ ਕੇ ਤੇ ਫਿਰ ਅੰਕਰਾਂ ਨੂੰ ਕਹਿੰਦਾ ਕਿ ਰੋਟੀ ਆਈ ਤੁਹਾਡੇ ਘਰ ਹੀ ਮੈਂ ਖਾਣਾ, ਅੱਜ ਮੈਂ ਲੇਟ ਹੀ ਜਾਣਾ। ਅੰਕਲ ਆਖਿਆ ਕੋਈ ਮਸਲਾ ਨਹੀਂ। ਆਂਦਾ ਅੰਕਲ ਜੀ ਮੈਂ ਤੂੰ ਗੋਸ਼ਤ ਲੈ ਕੇ ਨਾ ਤੁਹਾਡੇ ਘਰ ਦੇ ਆਵਾਂ। ਅੰਕਲ ਹੀ ਕਹਿੰਦੇ ਨਹੀਂ ਕੋਈ ਨਹੀਂ ਮਸਲਾ, ਗੋਸ਼ਤ ਮੈਂ ਆਪੇ ਲੈ ਲੈਣਾ। ਉਹਨੇ ਆਖਿਆ ਨਹੀਂ ਅੰਕਲ ਜੀ ਮੈਂ ਆਪੂ ਲੈ ਕੇ ਦੇ ਕੇ ਆਉਣਾ, ਮੇਰੇ ਕੋਲ ਮੋਟਰਸਾਈਕਲ ਜੇ ਹੈ। ਉਹ ਜਨਾਬ ਸਾਹਮਣੇ ਗਿਆ, ਉੱਥੋਂ ਜਾ ਕੇ ਗੋਸ਼ਤ ਲਿਆ। ਗੋਸ਼ਤ ਲੈ ਕੇ ਤੇ ਜਨਾਬ ਸਿੱਧਾ ਅੰਕਲ ਦੇ ਘਰ ਟੁਰ ਗਿਆ। ਫਿਰ ਉੱਥੇ ਜਾ ਕੇ ਜਨਾਬ ਅੰਦਰ ਬਹਿ ਗਿਆ। ਉਹਨਾਂ ਨੂੰ ਕਹਿੰਦਾ ਗੋਸ਼ਤ ਵਗੈਰਾ ਬਣਾਓ, ਥੋੜਾ ਫਰੀ ਹੋ ਗਿਆ। ਜ਼ਾਹਰੀ ਗੱਲ ਆ ਉਹਦੇ ਦਿਮਾਗ 'ਚ ਪਹਿਲਾਂ ਹੀ ਜੋ ਕੁਝ ਚੱਲ ਰਿਹਾ ਸੀ। ਉਹ ਕੁੜੀਆਂ ਨਾਲ ਗੱਪਾਂ ਛੱਪਾਂ ਲਾਣ ਲੱਗ ਪਿਆ। ਉਹਨਾਂ ਵਾਸਤੇ ਕੋਈ ਨਾ ਕੋਈ ਚੀਜ਼ ਲੈ ਆਉਂਦਾ ਸੀ। ਉਹ ਕੁੜੀਆਂ ਵੀ ਖੁਸ਼ ਹੋ ਕੇ ਫੜ ਲੈ। ਜ਼ਾਹਰੀ ਗੱਲ ਉਹਨਾਂ ਚੀਜ਼ ਕੋਈ ਨਹੀਂ ਸੀ ਤੱਕੀ। ਅੱਗੂ ਜਨਾਬ ਅੰਕਲ ਵੀ ਘਰ ਆਏ, ਬਹਿ ਕੇ ਸ਼ਾਮੀ ਰੋਟੀ ਛੋਟੀ ਖਾਧੀ ਬੱਕਰੇ ਦੇ ਨਾਲ, ਜਿਸੇ ਜੇ ਖਾਧੀ ਗੋਸ਼ਤ ਨਾਲ ਤੇ ਬੜੇ ਖੁਸ਼ ਹੋ ਗਏ। ਉਹਦੇ ਨਾਲ ਬੜੀਆਂ ਗੱਪਾਂ ਤੇ ਚਾਵਾਂ ਸ਼ਾਵਾਂ ਚੱਲ ਰਹੀਆਂ ਨੇ। ਉਹ ਜਨਾਬ ਇਸ ਤਰ੍ਹਾਂ ਕਰਦਿਆਂ ਕਰਾਇਆ ਉਹ ਇੱਕ ਹੋਰ ਗਾਹਕ ਲੈਂਦਾ ਉਹਨੇ ਅੰਕਰਾਂ ਕੋਲ। ਉਹ ਵੀ ਆ ਕੇ ਜਨਾਬ ਸੌਦਾ ਸ਼ੌਦਾ ਲੈਣ ਲੱਗ ਪਿਆ। ਅੰਕਲ ਹੋਰੀ ਹੋਰ ਉਹਦੇ ਜ਼ਿਆਦਾ ਕਲੋਜ਼ ਹੋ ਗਏ। ਉਹ ਇਸ ਤਰ੍ਹਾਂ ਆਇਆ ਕਿ ਉਹ ਜਵਾਨ ਜਿਹੜਾ ਨਾ ਅੰਕਲ ਦੀ ਦੁਕਾਨ ਤੇ ਆ ਜਾਂਦੇ ਸੀ, ਉਹ ਘਰ ਬੈਠਾ ਰਹਿੰਦਾ ਸੀ। ਹਾਲਾਂਕਿ ਕੁੜੀਆਂ ਉਹਨਾਂ ਦੀਆਂ ਸ਼ਰੀਫ ਆਈਆਂ, ਬਿਲਕੁਲ ਉਹਨੂੰ ਟੱਚ ਨਹੀਂ ਸੀ ਕਰਨ ਦਿੰਦੀਆਂ, ਲੇਕਿਨ ਫਿਰ ਵੀ ਉਹ ਘਰੋਂ ਨਹੀਂ ਸੀ ਨਿਕਲਦਾ। ਉਹ ਉੱਥੇ ਘਰ ਹੀ ਬੈਠਾ ਰਹਿੰਦਾ ਸੀ। ਉਹ ਆਂਢੀ ਗੁਆਂਢੀ ਜਿਹੜੇ ਨੇ ਉਹਨਾਂ ਤੱਕਿਆ, ਉਹਨਾਂ ਆਖਿਆ ਇਹ ਕਿਹੜਾ ਕੰਮ ਸ਼ੁਰੂ ਹੋਇਆ। ਆਪੂ ਭਾਈ ਹੋਰੀ ਦੁਕਾਨ ਤੇ ਹੁੰਦੇ ਨੇ ਤੇ ਪਿੱਛੂ ਜਿਹੜਾ ਇਹ ਬੰਦਾ ਆ ਕੇ ਮੁੱਛਾਂ ਵਾਲਾ ਵੜਿਆ ਰਹਿੰਦਾ ਹੈ, ਕੀ ਕਰਦਾ ਅੰਦਰ। ਉਹ ਜਨਾਬ ਉਹਨਾਂ ਇੰਜ ਕੀਤਾ, ਇੱਕ ਸਿਆਣੇ ਬੰਦੇ ਨੇ ਅੰਕਰਾਂ ਨਾਲ ਗੱਲ ਕੀਤੀ। ਉਹਨੇ ਆਖਿਆ ਗੱਲ ਸੁਣੋ, ਸਾਰੇ ਮਹੱਲੇ ਨੂੰ ਪਤਾ ਹੈ ਕਿ ਤੁਸੀਂ ਇੱਥੇ ਦੁਕਾਨ ਚਲਾਉਂਦੇ ਹੋ, ਪਿੱਛੂ ਤੁਹਾਡੀ ਕੁੜੀ ਨੇ ਤੇ ਤੁਹਾਡੀ ਜਨਾਨੀ ਨੇ ਕਿਸੇ ਬੰਦੇ ਨੂੰ ਵਾੜਿਆ ਹੁੰਦਾ। ਅੰਕਰ ਆਖਿਆ ਖਬਰਦਾਰ ਇਸ ਤਰ੍ਹਾਂ ਦੀ ਕੋਈ ਮੇਰੀ ਫੈਮਿਲੀ ਦੇ ਖਿਲਾਫ ਗੱਲ ਕੀਤੀ। ਉਹ ਬੰਦੇ ਨੂੰ ਮੈਂ ਜਾਣਨਾ, ਉਹ ਮੇਰਾ ਬਹੁਤ ਅੱਛਾ ਦੋਸਤ ਹੈ, ਉਹ ਘਰ ਮੇਰੇ ਕੋਲ ਆਉਂਦਾ ਜਾਂਦਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਆਖਿਆ ਗੱਲ ਸੁਣੋ, ਤੁਸੀਂ ਹੁੰਦੇ ਹੋ ਦੁਕਾਨ ਤੇ ਬਜ਼ੁਰਗੋ। ਉਹ
ਅੱਗੂ ਜਿਹੜਾ ਘਰ ਵੜਿਆ ਰਹਿੰਦਾ ਹੈ। ਤੁਹਾਡੇ ਵਾਸਤੇ ਬਹੁਤ ਮਾੜੀ ਗੱਲ ਹੈ, ਤੁਸੀਂ ਉਹਨੂੰ ਘਰੋਂ ਕੱਢੋ, ਉਹਨੂੰ ਮਨਾ ਕਰੋ, ਘਰ ਨਾ ਆਵਿਆ ਕਰੇ। ਅੰਕਰਾਂ ਦੇ ਮੂੰਹ 'ਚੋਂ ਇਹ ਗੱਲ ਨਿਕਲਦੀ ਨਹੀਂ ਸੀ ਕਿ ਮੈਂ ਉਹਨੂੰ ਆਖਾਂ ਕਿ ਮੇਰੇ ਘਰ ਨਾ ਆਵਿਆ ਕਰ। ਬਹਰਹਾਲ ਉਹ ਇਸੇ ਤਰ੍ਹਾਂ ਆਉਂਦਾ ਰਿਹਾ। ਬੰਦਿਆਂ ਨੇ ਆਖਿਆ ਜੇ ਤੁਸੀਂ ਇਹ ਕੰਮ ਕਰਨਾ ਹੈ ਤੇ ਮਹੱਲਾ ਛੱਡੋ। ਉਹ ਜਨਾਬ ਅੰਕਰ ਹੀ ਤੰਗ ਹੋ ਕੇ ਉਹਨਾਂ ਆਖਿਆ ਜੀ ਇਹ ਕੰਮ ਤੇ ਠੀਕ ਨਹੀਂ। ਉਹਨਾਂ ਆਖਿਆ ਯਾਰ ਗੱਲ ਸੁਣ, ਚਲੋ ਤੂੰ ਮੇਰਾ ਹੈ ਤੇ ਸਹੀ ਗਾਹ ਕੇ ਮੇਰਾ ਦੋਸਤ ਵੀ ਹੈ, ਬਹੁਤ ਅੱਛੇ ਸਾਡੇ ਤਲੁਕਾਤ ਨੇ। ਹੁਣ ਆਂਢੀਆਂ ਗੁਆਂਢੀਆਂ ਨੇ ਜਿਹੜਾ ਨਾ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਇਸ ਵਾਸਤੇ ਤੂੰ ਜਿਹੜਾ ਨਾ ਸਾਡੇ ਘਰ ਨਾ ਆਵਿਆ ਕਰ ਇੱਥੇ ਮੇਰੇ ਕੋਲ ਦੁਕਾਨ ਤੇ। ਉਹਨੇ ਆਖਿਆ ਅੰਕਲ ਜੀ ਇਹ ਕਿਹੜੀ ਗੱਲ ਕੀਤੀ ਜੇ, ਤੁਸੀਂ ਪਰੇਸ਼ਾਨ ਨਾ ਹੋ। ਹੈ ਵੀ ਮੈਂ ਜਿਹੜਾ ਨਾ ਅੱਜ ਤੋਂ ਬਾਅਦ ਤੁਹਾਡੇ ਘਰ ਨਹੀਂ ਚੱਲਿਆ, ਹੈ ਵੀ ਇੱਥੇ ਹੀ ਬਵਾਂ ਕਰਾਂਗਾ ਦੁਕਾਨ ਤੇ। ਅੰਕਲ ਆਖਿਆ ਚਲੋ ਸਹੀ ਹੈ। ਉਹ ਜਨਾਬ ਬੈਠਿਆ ਉਹਨੇ ਆਖਿਆ ਅੰਕਲ ਜੀ ਮੇਰਾ ਦਿਲ ਹੈ ਕਿ ਤੁਹਾਡੀ ਫਲਾਣੀ ਕੁੜੀ ਦਾ ਨਾ ਮੈਂ ਰਿਸ਼ਤਾ ਕਰਵਾ ਦਿਆਂ। ਅੰਕਲ ਵੀ ਖੁਸ਼ ਹੋ ਗਏ। ਉਹਨੇ ਆਖਿਆ ਚੱਲ ਮੇਰਾ ਅਗਰ ਕੁੜੀ ਦਾ ਰਿਸ਼ਤਾ ਕਰਾ ਦੇ ਇਹਦੇ ਤੂੰ ਨੇਕੀ ਤੇ ਕੋਈ ਹੋਣੀ ਕੋਈ ਨਹੀਂ, ਮੈਂ ਤੇ ਬੜਾ ਪਰੇਸ਼ਾਨ ਆ ਆਪਣੀ ਕੁੜੀ ਵਾਸਤੇ। ਉਹਨੇ ਆਖਿਆ ਜੀ ਠੀਕ ਹੈ। ਉਹ ਜਨਾਬ ਫਿਰ ਉੱਥੇ ਜਾਣ ਲੱਗ ਪਿਆ, ਮਹੱਲਿਆਂ ਨਾਲ ਜਾ ਕੇ ਉਹਨੇ ਗੱਲਬਾਤ ਕੀਤੀ। ਉਹਨੇ ਆਖਿਆ ਗੱਲ ਸੁਣੋ, ਉਹ ਅੰਕਰਾਂ ਦੀ ਮੈਂ ਮਦਦ ਕਰ ਰਿਹਾ, ਹੁਣ ਮੈਂ ਇਹਨਾਂ ਦੀ ਕੁੜੀ ਦਾ ਰਿਸ਼ਤਾ ਕਰਾਉਣ ਲੱਗਾ। ਉਹਨੇ ਆਖਿਆ ਜੀ ਠੀਕ ਹੈ ਵੀ ਚਲੋ ਅੱਛੀ ਗੱਲ ਹੈ ਜੇ ਤੂੰ ਰਿਸ਼ਤਾ ਕਰਾਉਣ ਲੱਗੇ। ਉਹਨੇ ਜਨਾਬ ਇੱਕ ਰਿਸ਼ਤਾ ਤੱਕ ਕੇ ਦਿੱਤਾ। ਉਹ ਮੁੰਡਾ ਵੀ ਜਵਾਨ ਹੀ ਸੀ, ਲੇਕਿਨ ਉਹ ਜਿਹੜਾ ਪਕੌੜੇ ਵੇਚਦਾ ਸੀ, ਅੱਗੋਂ ਉਹਦੀ ਪਕੌੜਿਆਂ ਦੀ ਦੁਕਾਨ। ਅੰਕਲ ਕਿ ਚਲੋ ਜੋ ਵੀ ਹੈ ਬਸ ਠੀਕ ਹੈ। ਉਹ ਜਨਾਬ ਉਹਦੇ ਨਾਲ ਗੱਲਬਾਤ ਕੀਤੀ ਉਹਨੇ, ਉਹਦੀ ਜਨਾਬ ਕੁੜੀ ਦੀ ਜਿਹੜਾ ਉਹਦੇ ਨਾਲ ਸ਼ਾਦੀ ਕਰ ਦਿੱਤੀ। ਸ਼ਾਦੀ ਕੀਤੀ ਨਾਲ ਉਹਨੇ ਆਪੂ ਖਰਚਾ ਕੋਲੂ ਕੀਤਾ ਕਿ ਚਲੋ ਮੈਂ ਜਿਹੜਾ ਅੰਕਰਾਂ ਦੀ ਮਦਦ ਕਰਾਂ। ਉਹ ਜਨਾਬ ਕੁੜੀ ਜਿਸ ਵੇਲੇ ਉਸ ਘਾਟ ਟੁਰ ਗਈ ਤੇ ਅੱਗੂ ਇਹ ਜਵਾਨ ਜਿਹੜਾ ਉਹ ਵੀ ਅੱਗੂ ਜਿਹੜਾ ਉਹ ਟੁਰਿਆ ਰਹਿੰਦਾ ਸੀ, ਪਕੌੜਿਆਂ ਦੀ ਦੁਕਾਨ ਤੇ ਸਾਰਾ ਦਿਨ ਰਹਿੰਦਾ ਸੀ। ਇਹ ਜਾ ਕੇ ਉਹਦੇ ਘਰ ਵੜਿਆ ਰਹਿੰਦਾ ਸੀ। ਅੱਗੂ ਉਹ ਕੁੜੀ ਬੜੀ ਸ਼ਰੀਫ ਹੋਈ, ਉਹ ਹੱਥ ਨਹੀਂ ਸੀ ਲਾਣ ਦਿੰਦੀ ਉਹਨੂੰ ਬਿਲਕੁਲ ਵੀ ਨਾ। ਕੋਸ਼ਿਸ਼ ਕਰਦਾ ਉਹਦੇ ਨਾਲ ਜੁੜ ਕੇ ਬਹਿਣ ਦੀ ਜਾਂ ਉਹਦੇ ਨਾਲ ਗੱਲਾਂ ਬਾਤਾਂ ਕਰਨ ਦੀ, ਉਹ ਐਡੀ ਦਿਲਚਸਪੀ ਨਹੀਂ ਸੀ ਲੈਂਦੀ। ਉਹ ਆਪਣੀ ਜਿਹੜੀ ਕਾਇਮ ਸੀ, ਆਪਣੀ ਜਿਹੜੀ ਹੈ ਕਿਸੇ ਕਿਸਮ ਦੀ ਇੱਜ਼ਤ ਨੂੰ ਹੱਥ ਨਹੀਂ ਸੀ ਪਾਉਣ ਦੇ ਰਹੀ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹ ਮੁੰਡੇ ਦਾ ਅੱਗੂ ਜਿਹੜਾ ਪਿਓ ਵੀ ਉੱਥੇ ਹੀ ਸੀ। ਉਹ ਪਿਓ ਜਿਹੜਾ ਉਹਦੇ ਨਾਲ ਗੱਲਬਾਤ ਕੀਤੀ ਤੇ ਜਨਾਬ ਪਿਓ ਜਿਹੜਾ ਛੜਾ ਛਾਣ ਸੀ ਉਹ ਅੱਗੂ ਘਰ ਆਇਆ। ਉਹਨੇ ਜਨਾਬ ਤੱਕਿਆ ਇਹ ਆਉਂਦਾ ਰਹਿੰਦਾ, ਇਹਦੇ ਕੋਲ ਆ ਕੇ ਗੱਪਾਂ ਸ਼ੱਪਾਂ ਲਾਉਂਦਾ ਰਹਿੰਦਾ। ਉਹ ਸਹੁਰਾ ਜਿਹੜਾ ਉਹਦਾ ਵੀ ਦਿਮਾਗ ਖਰਾਬ ਹੋ ਗਿਆ। ਉਹਨੇ ਜਨਾਬ ਆਪੂ ਜਿਹੜਾ ਆਪਣੀ ਨੂੰਹ ਦੇ ਮਗਰ ਪੈ ਗਿਆ। ਉਹ ਜਨਾਬ ਜਿਸ ਵੇਲੇ ਕਿਚਨ 'ਚ ਜਾਏ, ਜਿੱਧਰ ਜਾਏ ਉਹਨੂੰ ਜਾ ਕੇ ਟੱਚ ਕਰਨਾ ਸ਼ੁਰੂ ਕਰ ਦੇ। ਉਹ ਕੁੜੀ ਪਰੇਸ਼ਾਨ ਘਰ ਆ ਕੇ ਅੰਮਾ ਨੂੰ ਰੋ ਰੋ ਕੇ ਦੱਸੇ ਕਿ ਮੇਰੇ ਨਾਲ ਤੇ ਇਹ ਕੰਮ ਪਿਆ ਹੁੰਦਾ, ਮੇਰਾ ਤੇ ਸਹੁਰਾ ਹੀ ਮੇਰੇ ਮਗਰ ਪੈ ਗਿਆ, ਮੈਂ ਹੁਣ ਕੀ ਕਰਾਂ। ਉਹਨੇ ਆਖਿਆ ਪੁੱਤਰ ਤੂੰ ਹੁਣ ਆਪਣੀ ਇੱਜ਼ਤ ਆਪੂ ਬਚਾਣੀ ਹੈ, ਬਾਹਰ ਨਿਕਲੇਂਗੀ ਤੇ ਬਦਨਾਮੀ ਹੋਵੇ। ਉਹਨੇ ਆਖਿਆ ਅੰਮਾ ਮੈਂ ਕਿਸ ਤਰ੍ਹਾਂ ਬਚਾਂ, ਉਹ ਮੈਨੂੰ ਛੱਡਦੇ ਨਹੀਂ ਹੈ। ਜੇ ਮੈਂ ਮੰਜੀ ਤੇ ਲੰਮੀ ਪਵਾਂ ਮੇਰੇ ਕੋਲ ਆ ਕੇ ਬਹਿ ਰਹਿੰਦਾ, ਜੇ ਕਿਚਨ ਜਾਨੀ ਆ ਤੇ ਮੇਰੇ ਪਿੱਛੇ ਆ ਕੇ ਖਲੋ ਰਹਿੰਦਾ, ਕੋਈ ਨਾ ਕੋਈ ਹਰਕਤ ਕਰਦਾ ਰਹਿੰਦਾ। ਇਹ ਤੇ ਮੈਂ ਬਚਨ ਆਖਿਆ ਪੁੱਤਰ ਚੁੱਪ ਕਰ ਜਾ, ਪਿਓ ਨਾਲ ਗੱਲ ਨਾ ਕਰੀ, ਹੈ ਪਿਓ ਤੇਰਾ ਇੰਝ ਹੀ ਮਰ ਜਾਏਗਾ ਐਸੇ ਗਮ ਨਾਲ। ਪਹਿਲਾਂ ਮਹੱਲੇ ਵਾਲੇ ਬੜੇ ਮਗਰ ਲੱਗੇ ਸੀ, ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰੀ। ਉਹਨੇ ਆਖਿਆ ਠੀਕ ਹੈ ਮੈਂ ਨਹੀਂ ਗੱਲ ਕਰਾਂਗੀ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਸਹੁਰਾ ਜਿਹੜਾ ਉਹ ਅੱਗੂ ਜਵਾਨ ਜਿਹੜਾ ਪਕੌੜਿਆਂ ਵਾਲਾ ਉਹ ਕਿਧਰੇ ਉਹਨੂੰ ਜਾਣਾ ਪੈ ਗਿਆ, ਉਹ ਘਰ ਕੋਈ ਨਹੀਂ ਸੀ। ਸਹੁਰੇ ਨੇ ਇਹ ਕੰਮ ਕੀਤਾ, ਰਾਤੀ ਉਹਦੇ ਤੇ ਕੁੜੀ ਤੇ ਹਮਲਾ ਕਰ ਦਿੱਤਾ। ਜਿਸ ਵੇਲੇ ਹਮਲਾ ਕੀਤਾ ਉਹਦੇ ਨਾਲ ਜ਼ਿਆਦਤੀ ਜ਼ੁਤੀ ਕਰ ਲਈ, ਉਸ ਜ਼ਿਆਦਤੀ ਕਰਕੇ ਜਨਾਬ ਉਹ ਕੁੜੀ ਰੋਂਦੀ ਰਹੀ। ਉਹਨੇ ਆਖਿਆ ਮੈਂ ਆਪਣੇ ਜਣੇ ਨੂੰ ਦੱਸਾਂਗੀ। ਉਹ ਜਣਾ ਜਿਸ ਵੇਲੇ ਆਇਆ ਉਹਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਤੇਰੇ ਅੱਬੇ ਨੇ ਮੇਰੇ ਨਾਲ ਜਿਹੜਾ ਇਹ ਜ਼ਿਆਦਤੀ ਕੀਤੀ ਹੈ। ਉਹ ਜਨਾਬ ਅੱਗੂ ਜੇ ਬਜਾਏ ਜ਼ਨਾਨੀ ਦੀ ਗੱਲ ਸੁਣੇ ਉਹ ਅੱਬੇ ਦੀ ਸਾਈਡ ਤੇ ਹੋ ਗਿਆ। ਉਹਨੇ ਆਖਿਆ ਨਾ ਤੂੰ ਜਿਹੜਾ ਝੂਠ ਮਾਰਨੀ ਹੈ ਵੀ ਇਸ ਤਰ੍ਹਾਂ ਮੇਰਾ ਪਿਓ ਨਹੀਂ ਕਰ ਸਕਦਾ, ਮੇਰੇ ਤੋਂ ਜ਼ਿਆਦਾ ਕੌਣ ਮੇਰੇ ਪਿਓ ਨੂੰ ਜਾਣਦਾ। ਉਹ ਜਨਾਬ ਦੋਵਾਂ ਪਿਓ ਪੁੱਤਰ ਨੇ ਰਲ ਕੇ ਉਹਨੂੰ ਜਨਾਬ ਮਾਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਗੱਲ ਵੱਧ ਗਈ ਉਹ ਜਣੇ ਪਕੌੜਿਆਂ ਵਾਲੇ ਨੇ ਇਹ ਕੰਮ ਕੀਤਾ, ਉਹਦੇ ਗਲੇ 'ਚ ਕੱਪੜਾ ਪਾ ਕੇ ਤੇ ਉਹਦਾ ਗਲਾ ਹੀ ਘੁੱਟ ਦਿੱਤਾ, ਉਹਨੂੰ ਥਾਂ ਹੀ ਮਾਰ ਦਿੱਤਾ ਉੱਥੇ ਹੀ ਮਾਰ ਕੇ। ਤੇ ਅੱਗੂ ਉਹਨਾਂ ਨੂੰ ਸਮਝ ਨਾ ਆਵੇ ਕਿ ਅਸੀਂ ਇਹਨੂੰ ਕਰੀਏ ਕਿੱਧਰ। ਜਨਾਬ ਪਿਓ ਪੁੱਤਰ ਨੇ ਸ਼ਾਮ ਹੋਈ ਉਹਨਾਂ ਫੜ ਕੇ ਜਨਾਬ ਉਹਨੂੰ ਜਾ ਕੇ ਨਹਿਰ 'ਚ ਛੱਡ ਦਿੱਤਾ। ਨਹਿਰ ਸੱਟਿਆ, ਉਹ ਜਨਾਬ ਅੱਗੂ ਨਹਿਰ ਛੱਟ ਆਏ ਤੇ ਪਿੱਛੂ ਰੋਲਾ ਪਾ ਦਿੱਤੇ ਬਈ ਇਹਨਾਂ ਦੀ ਕੁੜੀ ਅੰਕਰਾਂ ਦੀ ਪਤਾ ਨਹੀਂ ਕਿਧਰੇ ਨੱਸ ਗਈ ਹੈ, ਇੰਝ ਹੈ। ਉਹ ਜਨਾਬ ਰੋਲਾ ਪਾ ਦਿੱਤਾ। ਅੱਗੂ ਜਿਸ ਵੇਲੇ ਪੁਲਿਸ ਤੱਕ ਗੱਲ ਗਈ, ਪੁਲਿਸ ਵਾਲੇ ਆ ਕੇ ਇਹਨਾਂ ਦੇ ਕੁੜੀ ਵਾਲੇ ਦੇ ਘਰੋਂ ਪਹਿਲਾਂ ਪੁੱਛਿਆ, ਮਹੱਲੇ ਵਾਲੇ ਆਖਿਆ ਕਿ ਵਾਕਈ ਇਹਨਾਂ ਦੇ ਘਰ ਅੱਗੇ ਵੀ ਬੰਦਾ ਵੜਿਆ ਰਹਿੰਦਾ, ਕੁੜੀ ਦੀ ਜਿਹੜਾ ਕਰੈਕਟਰ ਨਹੀਂ ਸੀ ਸਹੀ ਹੈ। ਉਹ ਜਨਾਬ ਇਹ ਗੱਲ ਜਿਹੜੀ ਪੁਲਿਸ ਵਾਲਿਆਂ ਵੀ ਸੁਣੀ। ਫਿਰ ਉਸ ਤੋਂ ਬਾਅਦ ਉਹ ਪਕੌੜਿਆਂ ਕੋਲ ਆਏ, ਪਕੌੜਿਆਂ ਵਾਲਿਆਂ ਵੀ ਪਹਿਲਾਂ ਕੋਨਾ ਗੱਲ ਸੁਣੀ। ਉਹ ਜਨਾਬ ਉਹ ਵੀ ਜਿਹੜਾ ਬਿਲਕੁਲ ਆਪਣੇ ਕਾਇਮ ਦਾਇਮ ਸੀ ਆਪਣੇ ਝੂਠ ਤੇ। ਉਹ ਜਨਾਬ ਪੁਲਿਸ ਵਾਲੇ ਜਿਹੜਾ ਮੁਤਮਿਨ ਹੋ ਗਏ ਕਿ ਵਾਕਈ ਜਿਹੜਾ ਕੁੜੀ ਜਿਹੜੀ ਆ ਆਪੂ ਹੀ ਜਿਹੜਾ ਖੁਦਕੁਸ਼ੀ ਕਰਕੇ ਤੇ ਉਹ ਮਰ ਗਈ ਹੈ। ਬਹਰਹਾਲ ਉਹ ਜਿਸ ਵੇਲੇ ਗੱਲ ਥੋੜੀ ਜਿਹੀ ਪੁਰਾਣੀ ਹੋ ਗਈ, ਅੰਕਲ ਹੀ ਨਹੀਂ ਸੀ ਇਸ ਗੱਲ ਨੂੰ ਮੰਨਦੇ ਕਿ ਮੇਰੀਆਂ ਧੀਆਂ ਇਸ ਤਰ੍ਹਾਂ ਦੀਆਂ ਨਹੀਂ ਹੈ। ਉਹ ਜਨਾਬ ਇੱਕ ਜਿਹੜਾ ਉਹ ਪਕੌੜਿਆਂ ਵਾਲਾ ਉਹਨੂੰ ਕਿਸੇ ਬੰਦੇ ਨੇ ਤੱਕ ਲਿਆ ਸੀ। ਉਹ ਜਨਾਬ ਉਹਨਾਂ ਦਾ ਕੋਈ ਮਸਲਾ ਆਪੇ 'ਚ ਬਣਿਆ ਤੇ ਉਹਨੇ ਜਾ ਪੁਲਿਸ ਨੂੰ ਦੱਸਿਆ ਕਿ ਇਸ ਤਰ੍ਹਾਂ ਇਹ ਪਿਓ ਪੁੱਤਰ ਰਾਤੀ ਜਿਹੜਾ ਨਾ ਮੈਨੂੰ ਐਂ ਲੱਗਦਾ ਕਿਸੇ ਨੂੰ ਲੈ ਕੇ ਜਾ ਰਹੇ ਸੀ ਇੰਝ ਅਗਾਂ ਪਿਛਾਂ ਕੇ ਖੜਨ ਵਾਸਤੇ। ਉਹ ਜਨਾਬ ਪੁਲਿਸ ਨੇ ਫਿਰ ਉਹਨੂੰ ਪਕੌੜੇ ਵਾਲੇ ਨੂੰ ਆ ਫੜਿਆ, ਉਹਨੂੰ ਟਕਾ ਕੇ ਮਾਂਜਾ ਲਾਇਆ। ਉਹਨੇ ਮਾਂਜਾ ਲਾ ਕੇ ਉਹਨੂੰ ਪੁੱਛੂ ਨੇ ਦੱਸ
ਤੂੰ ਇਹ ਵਾਰਦਾਤ ਕੀਤੀ ਹੈ। ਉਹ ਮੰਨ ਗਿਆ ਜੀ। ਉਹਨੇ ਆਖਿਆ ਜੀ ਬਿਲਕੁਲ ਮੈਂ ਤੇ ਮੇਰੇ ਪਿਓ ਨੇ ਰਲ ਕੇ ਵਾਰਦਾਤ ਕੀਤੀ ਹੈ ਤੇ ਅਸੀਂ ਜਿਹੜਾ ਇਹਨੂੰ ਇਸ ਤਰ੍ਹਾਂ ਨਹਿਰ 'ਚ ਸੱਟਿਆ ਸੀ। ਉਹ ਜਨਾਬ ਇਸ ਤਰ੍ਹਾਂ ਉਹਦੇ ਨਾਲ ਜ਼ੁਲਮ ਹੋਇਆ, ਲੇਕਿਨ ਅੰਕਰਾਂ ਤੇ ਕੀਤੀ ਸੀ ਲਾਲਚ। ਉਹਨਾਂ ਲਾਲਚ ਇਸ ਵਾਸਤੇ ਕੀਤੀ ਸੀ ਕਿ ਚਲੋ ਮੇਰੀ ਦੁਕਾਨ ਚੱਲ ਜਾਏਗੀ। ਇਹ ਨਹੀਂ ਸੀ ਪਤਾ ਕਿ ਮੈਂ ਧੀ ਗਵਾ ਬਵਾਂਗਾ, ਇਹ ਲਾਲਚ ਕਰਾਂਗਾ ਤੇ ਮੈਂ ਤੇ ਬੜੇ ਗਲਤ ਰਸਤੇ ਤੇ ਟੁਰ ਪਿਆ। ਇਸ ਤਰ੍ਹਾਂ ਦੀ ਇhtiyਾਤ ਕਰਨੀ ਚਾਹੀਦੀ ਹੈ। ਅਗਰ 1000-1500 ਸੇਲ ਹੁੰਦੀ ਹੈ ਵੀ ਉਹਦੇ ਨਾਲ ਹੀ ਗੁਜ਼ਾਰਾ ਕਰ ਲੈਂਦਾ ਅੰਕਰ ਹੋਰੀ ਤੇ ਉਹ ਹੀ ਜ਼ਿਆਦਾ ਬਿਹਤਰ ਸੀ।